ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401 ਸਾਲ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਵਨ। ਮਨੁੱਖ ਮਾਤਰ ਵਾਸਤੇ ਅਟੁੱਟ ਪਿਆਰ ਅਤੇ ਸਭ ਵਿੱਚ ਇੱਕੋ ਹੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਦਰਸ਼ਨ ਦੀ ਗੱਲ ਇਤਨੀ ਅਚਰਜਤਾ ਦੀ ਹੱਦ ਤੱਕ ਪਹੁੰਚ ਜਾਂਦੀ ਹੈ ਜਦੋਂ ਦਰਸ਼ਨ ਹੁੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਐਸੇ ਦੀਨ ਦਿਆਲ ਪਿਆਰ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ 1 ਅਪ੍ਰੈਲ 1621 ਈਸਵੀ ਨੂੰ ਹੋਇਆ। ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸੀ। ਆਪ ਜੀ ਦਾ ਬਚਪਨ ਦਾ ਪਾਲਣ ਪੋਸ਼ਣ ਬੜੇ ਚਾਅ ਅਤੇ ਮਲਾਰ ਨਾਲ ਅੰਮ੍ਰਿਤਸਰ ਵਿੱਚ ਹੀ ਹੋਇਆ। 4 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਦੇ ਪਾਸ ਗੁਰਮੁਖੀ ਅਤੇ ਹੋਰ ਭਾਸ਼ਾਵਾਂ ਦੇ ਅਧਿਐਨ ਵੀ ਕਰਵਾਇਆ ਗਿਆ। ਘੋੜ ਸਵਾਰੀ ਜੰਗੀ ਤਰਕੀਬਾਂ ਵੀ ਸਿਖਾਈਆਂ ਗਈਆਂ। ਬਚਪਨ ਤੋਂ 9 ਸਾਲ ਅੰਮ੍ਰਿਤਸਰ ਬਿਤਾਏ। ਪੈਂਦੇ ਖਾਂ ਪਠਾਨ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਪਾਲਿਆ ਸੀ, ਪਰੰਤੂ ਗੁਰੂ ਜੀ ਤੋਂ ਬਾਗੀ ਹੋ ਕੇ ਲਾਹੌਰ ਦੇ ਸੂਬੇਦਾਰ ਨਾਲ ਜਾ ਰਲਿਆ। 1634 ਈਸਵੀ ਵਿੱਚ ਕਾਲੇ ਖਾਂ ਦੀ ਕਮਾਨ ਹੇਠ ਉਸਨੇ ਗੁਰੂ ਜੀ 'ਤੇ ਹਮਲਾ ਕਰ ਦਿੱਤਾ। ਇਸ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਲਵਾਰ ਦੇ ਉਹ ਜੋਹਰ ਦਿਖਾਏ ਜਿਸ ਦੇ ਨਾਲ ਆਪ ਦਾ ਨਾਂ ਤੇਗ ਬਹਾਦਰ ਰੱਖਿਆ ਗਿਆ। ਇਸ ਤੋਂ ਬਾਅਦ ਪਿਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਪਰਿਵਾਰ ਸਮੇਤ ਬਾਬਾ ਬਕਾਲਾ ਵਿਖੇ ਭੇਜ ਦਿੱਤਾ ਅਤੇ ਆਪ ਕੀਰਤਪੁਰ ਆ ਗਏ। ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਕੁਝ ਸਮਾਂ ਭਜਨ ਬੰਦਗੀ ਵਿੱਚ ਬਿਤਾਏ। 6ਵੇਂ ਪਾਤਸ਼ਾਹ ਜੀ ਨੇ ਗੁਰਗੱਦੀ ਗੁਰੂ ਹਰ ਰਾਏ ਜੀ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ। ਇਸ ਤੋਂ ਉਪਰੰਤ ਇਹ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪੁੱਤਰ ਸ੍ਰੀ ਗੁਰੂ ਹਰ ਰਾਏ ਜੀ ਦਿੱਤੀ। ਇਸ ਤੋਂ ਇਹ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਲੰਬੀ ਕਾਲਣਾ ਕਿਸੇ ਖਾਸ ਯੁੱਗ ਪਰਿਵਰਤਨ ਲਈ ਇੱਕ ਅਨੋਖਾ ਕੋਤਕ ਜਾਂ ਕਿਸੇ ਵੰਗਾਰ ਨੂੰ ਸਵੀਕਾਰ ਕਰਨ ਲਈ ਸੀ। 30 ਮਾਰਚ 1664 ਈਸਵੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਆਪਣੇ ਅੰਤਿਮ ਸਮੇਂ ਗੁਰਗੱਦੀ ਦਾ ਇਸ਼ਾਰਾ ਬਾਬਾ ਬਕਾਲਾ ਕਹਿ ਕੇ ਕੀਤਾ। ਤੇਗ ਬਹਾਦਰ ਸਾਹਿਬ ਜੀ ਨੂੰ ਮੱਖਣ ਸ਼ਾਹ ਲੁਬਾਣਾ ਇੱਕ ਸੌਦਾਗਰ ਜੋ ਆਪਣੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ 500 ਮੋਹਰਾਂ ਗੁਰੂ ਜੀ ਨੂੰ ਭੇਟ ਕਰਨ ਦਾ ਵਚਨ ਕੀਤਾ। ਜਹਾਜ਼ ਸਿਰੇ ਲੱਗਣ 'ਤੇ 500 ਮੋਹਰਾਂ ਲੈ ਕੇ ਜਦੋਂ ਬਕਾਲਾ ਵਿਖੇ ਆਏ ਤਾਂ ਕਿ 22 ਗੁਰੂ ਗੱਦੀਆਂ ਹਨ। ਮੱਖਣ ਸ਼ਾਹ ਦੇ ਮਨ ਵਿੱਚ ਧਾਰ ਕੇ ਸੱਚਾ ਗੁਰੂ ਆਪਣੇ ਆਪ ਭੇਟਾ ਮੰਗੇਗਾ ਅਤੇ 5-5 ਮੋਹਰਾਂ ਮੱਥਾ ਟੇਕਦਾ ਗਿਆ। ਅੰਤ ਨੂੰ ਬਾਬਾ ਤੇਗਾ ਜੀ ਬਾਰੇ 10 ਪਾਉਣ 'ਤੇ ਭੋਰੇ ਵਿੱਚ ਦਰਸ਼ਨ ਹੋਏ ਅਤੇ 5 ਮੋਹਰਾਂ ਭੇਟਾ ਰੱਖਣ ਉਪਰੰਤ ਗੁਰੂ ਜੀ ਨੇ ਬਾਕੀ ਮੋਹਰਾਂ ਦੀ ਮੰਗ ਕੀਤੀ। ਮੱਖਣ ਸ਼ਾਹ ਨੇ ਗੁਰਲਾਦੋ ਰੇ ਦੀ ਆਵਾਜ਼ ਬੁਲੰਦ ਕਰਕੇ ਗੁਰੂ ਜੀ ਨੂੰ ਸੰਗਤਾਂ ਵਿੱਚ ਪ੍ਰਗਟ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਪਦਵੀ ਉਪਰੰਤ ਪਹਿਲਾ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਦਾ ਪ੍ਰੋਗਰਾਮ ਬਣਾਇਆ ਤਾਂ ਉੱਥੇ ਮਸੰਦਾਂ ਨੇ ਉਹਨਾਂ ਦੇ ਵਾਸਤੇ ਗੁਰਦੁਆਰੇ ਹਰਿਮੰਦਰ ਸਾਹਿਬ ਵਿਖੇ ਕਬਜ਼ਾ ਨਾ ਹੋ ਜਾਵੇ ਡਰ ਦੇ ਮਾਰੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਹਨਾਂ ਨੂੰ ਦਰਸ਼ਨ ਨਾ ਕਰਨ ਦਿੱਤੇ। ਸ਼੍ਰੀ ਅੰਮ੍ਰਿਤਸਰ ਦੀਆਂ ਦੇ ਮਾਈਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਤਾਂ ਹੀ ਉਹਨਾਂ ਨੇ ਉਹਨਾਂ ਨੂੰ ਮਾਈਆਂ ਰੱਬ ਰਜਾਈਆਂ ਦਾ ਵਰਦਾਨ ਦਿੱਤਾ। ਪੂਰਬ ਦੀਆਂ ਸਿੱਖ ਸੰਗਤਾਂ ਗੁਰੂ ਦਰਸ਼ਨ ਲਈ ਉਤਾਵਲੀਆਂ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਭਾਰਤ ਵਰਸ਼ ਖਾਸ ਕਰਕੇ ਪੂਰਬ ਦੀਆਂ ਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਪ੍ਰਚਾਰ ਦੌਰੇ ਦੇ ਪ੍ਰੋਗਰਾਮ ਬਣਾਇਆ। ਅਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਰੋਪੜ ਸੇਫਾਬਾਦ ਪੁੱਜੇ। ਨਵਾਬ ਸੈਫੂਦੀਨ ਨੇ ਕੁਝ ਦਿਨ ਠਹਿਰਨ ਤੋਂ ਬਾਅਦ ਬੇਨਤੀ ਕੀਤੀ। ਗੁਰੂ ਜੀ ਇੱਥੇ 15 ਕੁ ਦਿਨ ਠਹਿਰੇ। ਨਵਾਬ ਨੇ ਗੁਰੂ ਜੀ ਨੂੰ ਇੱਕ ਘੋੜਾ, ਮਾਤਾ ਜੀ ਲਈ ਰੱਥ ਅਤੇ ਲੰਗਰ ਦੇ ਭਾਂਡੇ ਅਤੇ ਤੰਬੂ ਕਨਾਤਾਂ ਵੀ ਦਿੱਤੀਆਂ। ਇਸ ਤੋਂ ਉਪਰੰਤ ਗੁਰੂ ਜੀ ਕੈਥਲ ਕੁਰੂਕਸ਼ੇਤਰ ਦੇ ਹੁੰਦੇ ਹੋਏ ਦਿੱਲੀ ਪੁੱਜੇ। ਦਿੱਲੀ ਵਿੱਚ ਮਿਰਜ਼ਾ ਰਾਜਾ ਜੈ ਸਿੰਘ ਰਾਜਾ ਰਾਮ ਸਿੰਘ ਗੁਰੂ ਜੀ ਨੂੰ ਮਿਲੇ।
ਇਹ ਗੁਰੂ ਜੀ ਦੇ ਪਹਿਲਾਂ ਤੋਂ ਹੀ ਬਹੁਤ ਸ਼ਰਧਾਲੂ ਸਨ। ਇਸ ਤੋਂ ਬਾਅਦ ਗੁਰੂ ਜੀ ਮਥੁਰਾ, ਬ੍ਰਿੰਦਾਵਨ, ਆਗਰਾ, ਕਾਨਪੁਰ, ਫਤਿਹਪੁਰ, ਪ੍ਰਯਾਗ, ਇਲਾਹਾਬਾਦ ਆਦਿ ਅਸਥਾਨਾਂ 'ਤੇ ਠਹਿਰਦੇ ਹੋਏ ਬਨਾਰਸ ਪੁੱਜੇ। ਬਨਾਰਸ ਗੁਰੂ ਜੀ 15 ਦਿਨ ਰਹੇ। ਉਪਰੰਤ ਗਿਆ ਹੁੰਦੇ ਹੋਏ ਮਈ 1666 ਨੂੰ ਪਟਨਾ ਸਾਹਿਬ ਪਿੱਛੇ ਪੁੱਜੇ। ਪਟਨਾ ਸਾਹਿਬ ਪਹਿਲੇ ਭਾਈ ਜੇਤਾ ਜੀ ਨੇ ਸੰਗਤ ਗੋਕਟ ਨੂੰ ਉਸਨੂੰ ਦਰਸ਼ਨ ਦੀ ਮੁਕਤੀ ਬਖਸ਼ੀ। ਫਿਰ ਸਾਲਸਾ ਰਾਏ ਜੋਰੀ ਦੀ ਸੰਗਤ ਤਖਤ ਪਟਨਾ ਸਾਹਿਬ ਪੁੱਜੇ। ਇਸ ਅਸਥਾਨ 'ਤੇ ਪਹਿਲਾਂ ਹੀ ਗੁਰੂ ਜੀ ਦੇ ਸਮੇਂ ਤੋਂ ਬਹੁਤ ਹੀ ਸਿੱਖ ਸੰਗਤਾਂ ਹੋਣ ਕਰਕੇ ਇਹ ਕੇਂਦਰ ਬਣ ਚੁੱਕਾ ਸੀ। ਸੰਗਤਾਂ ਨੇ ਗੁਰੂ ਜੀ ਦੇ ਪਰਿਵਾਰ ਦਾ ਬੜਾ ਸਤਿਕਾਰ ਕੀਤਾ, ਸੁੱਖ ਪ੍ਰਦਾਨ ਕੀਤੇ। ਇਸ ਸਮੇਂ ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਕਾਸ਼ ਜਨਮ ਦੀ ਅਵਸਥਾ ਵਿੱਚ ਸਨ। 40 ਵਰ੍ਹਿਆਂ ਦੀ 18ਵੀਂ ਉਮਰ, ਸ਼ਾਦੀ ਤੋਂ ਬਾਅਦ 32 ਸਾਲ ਤੋਂ ਲੰਮੀ ਉਡੀਕ ਤੋਂ ਘਰ 'ਚ ਪਹਿਲੇ ਬੱਚੇ ਦਾ ਜਨਮ ਲੈਣਾ ਸੀ। ਪਿਤਾ ਦੇ ਮਨ ਵਿੱਚ ਕਿਹੋ ਜਿਹੇ ਵਲਵਲੇ ਅਤੇ ਉਮੰਗਾਂ ਤੇ ਹੋ ਸਕਦੀਆਂ ਹਨ, ਮਾਂ-ਬਾਪ ਵਾਲੇ ਹਿਰਦੇ ਨਾਲ ਹੀ ਸਮਝਿਆ ਜਾ ਸਕਦਾ ਹੈ। ਗੁਰੂ ਜੀ ਚਾਹੁੰਦੇ ਤਾਂ ਪਟਨਾ 2 ਮਹੀਨੇ ਹੋਰ ਟਿਕ ਜਾਂਦੇ ਤੇ ਆਪਣੇ ਹੋਣਹਾਰ ਗੋਬਿੰਦ ਰਾਏ ਜੀ ਦਾ ਮੁਖੜਾ ਦੇਖ ਕੇ ਹੀ ਤੁਰਦੇ, ਪਰ ਇੰਨੇ ਸਮੇਂ ਵਿੱਚ ਉਹਨਾਂ ਨੇ ਆਪਣੇ ਧਰਮ ਦੇ ਪ੍ਰਚਾਰ ਨੂੰ ਨਹੀਂ ਰੋਕਿਆ, ਕਿਉਂਕਿ ਉਹ ਐਸਾ ਨਾਜ਼ੁਕ ਸਮਾਂ ਸੀ ਕਿ ਅਗਰ ਉਹ ਆਪਣੀ ਇਸ ਯਾਤਰਾ 'ਤੇ ਨਾ ਤੁਰਦੇ ਤਾਂ ਕਿੰਨਿਆਂ ਦੇ ਖੂਨ ਬਹਿ ਜਾਂਦੇ। ਇਹ ਸੱਚਾਈ ਕੇਵਲ ਇਤਿਹਾਸ ਦਾ ਖੋਜੀ ਹੀ ਜਾਣ ਸਕਦਾ ਹੈ। ਆਪ ਸੰਨ 1670 ਨੂੰ ਪਟਨਾ ਵਾਪਿਸ ਆਏ ਅਤੇ ਆਪਣੀ ਇਕਲੌਤੀ ਸੰਤਾਨ ਲਗਭਗ 3.5 ਸਾਲ ਦੇ ਲਾਡਲੇ ਗੋਬਿੰਦ ਰਾਏ ਨੂੰ ਪਹਿਲੀ ਵਾਰ ਦੇਖਿਆ। ਇਸ ਤੋਂ ਬਾਅਦ ਹਾਲਾਤਾਂ ਨੂੰ ਦੇਖਦੇ ਹੋਏ ਆਪ ਜੀ ਅਨੰਦਪੁਰ ਸਾਹਿਬ ਜੀ ਨੂੰ ਚਲੇ ਗਏ। ਅਜੇ ਆਪ ਜੀ ਨੂੰ ਉੱਥੇ ਟਿੱਕੇ ਕੇਵਲ 3.5 ਸਾਲ ਜਾਂ 4 ਹੀ ਸਾਲ ਹੋਏ ਸਨ। ਸੰਨ 1674 ਵਿੱਚ 500 ਕਸ਼ਮੀਰੀ ਪੰਡਤਾਂ ਦਾ ਵਫਦ ਪੰਡਤ ਕਿਰਪਾ ਰਾਮ ਦੀ ਅਗਵਾਈ 'ਚ ਆਪ ਪਾਸ ਫਰਿਆਦ ਹੋ ਕੇ ਪੁੱਜੇ। ਹਿੰਦੂਆਂ ਵਾਸਤੇ ਉਸ ਸਮੇਂ ਪੰਜਾਬ ਤੇ ਕਸ਼ਮੀਰ ਦੇ ਹਾਲਾਤ ਬਹੁਤ ਦਰਦਨਾਕ ਸਨ। ਕਸ਼ਮੀਰ ਦੇ ਪੰਡਤਾਂ ਨੂੰ ਉੱਥੇ ਦੇ ਗਵਰਨਰ ਸ਼ੇਰ ਅਫਗਾਨ ਵੱਲੋਂ ਅਲਟੀਮੇਟਮ ਮਿਲ ਚੁੱਕਾ ਸੀ, ਜਾਂ ਮੁਸਲਮਾਨ ਹੋ ਜਾਓ ਜਾਂ ਕਤਲ ਕਰਕੇ ਕਰ ਦਿੱਤੇ ਜਾਓਗੇ। ਔਰੰਗਜ਼ੇਬ ਸਮਝਦਾ ਸੀ ਜੇਕਰ ਕਸ਼ਮੀਰ ਦੇ ਪੰਡਤ ਮੁਸਲਮਾਨ ਹੋ ਜਾਣਗੇ ਤਾਂ ਰਹਿੰਦੇ ਖਿੰਦੇ ਹਿੰਦੂ ਆਪ ਹੀ ਮੁਸਲਮਾਨ ਹੋ ਜਾਣਗੇ। ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਜੀ ਅੱਗੇ ਫਰਿਆਦ ਕੀਤੀ ਤਾਂ ਉਸ ਸਮੇਂ ਗੁਰੂ ਜੀ ਗੰਭੀਰ ਹੋ ਗਏ। ਤਾਂ ਗੋਬਿੰਦ ਰਾਏ ਜੀ ਨੇ ਪੁੱਛਿਆ, ਪਿਤਾ ਜੀ ਆਪ ਕਿਉਂ ਉਦਾਸ ਹੋ? ਗੁਰੂ ਜੀ ਨੇ ਕਿਹਾ ਕਿ ਇਹਨਾਂ ਦੀ ਧਰਮ ਖਤਰੇ ਵਿੱਚ ਹੈ, ਉਹਦੇ ਵਾਸਤੇ ਮਹਾਨ ਪੁਰਸ਼ ਨੂੰ ਕੁਰਬਾਨੀ ਦੇਣੀ ਪਏਗੀ। ਤਾਂ ਗੋਬਿੰਦ ਰਾਏ ਨੇ ਹੱਸ ਕੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ। ਇਹ ਸੁਣ ਕੇ ਗੁਰੂ ਜੀ ਨੇ ਆਪਣੇ ਆਪ ਨੂੰ ਸ਼ਹੀਦ ਕਰਵਾਉਣ ਦਾ ਫੈਸਲਾ ਕਰ ਲਿੱਤਾ ਅਤੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਦੇਣ ਵਾਸਤੇ ਤਿਆਰ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇੱਕ ਅਨੋਖੀ ਤੇ ਨਿਰਾਲੀ ਸ਼ਹਾਦਤ ਹੈ। ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਕਿ ਮਕਤੂਲ ਆਪ ਚੱਲ ਕੇ ਕਾਤਲ ਕੋਲ ਜਾਵੇ। ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਇਹ ਸ਼ਬਦਾਵਲੀ ਉੱਭਰ ਕੇ ਸਾਹਮਣੇ ਆਉਂਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਆਖਰ ਕਿਹੜੇ ਕਾਰਨ ਸੀ ਗੁਰੂਦੇਵ ਜੀ ਨੇ ਆਪ ਸ਼ਹਾਦਤ ਵਾਸਤੇ ਜਾਣ ਦੀ ਲੋੜ ਪਈ। ਇਹ ਸ਼ਹਾਦਤ ਕੇਵਲ ਤੇ ਕੇਵਲ ਤਿਲਕ ਤੇ ਜੰਜੂ ਦੀ ਰਾਖੀ ਲਈ, ਹਿੰਦੂ ਧਰਮ ਦੀ ਰਾਖੀ ਲਈ ਸੀ। ਗੁਰੂ ਜੀ ਮੂਰਤੀ ਪੂਜਕ ਨਹੀਂ ਸਨ, ਫਿਰ ਵੀ ਮੂਰਤੀ ਨੂੰ ਬਚਾਉਣ ਲਈ ਗੁਰੂ ਸਾਹਿਬ ਸ਼ਹੀਦ ਹੋਏ। ਗੁਰੂ ਜੀ ਨੇ ਕਦੇ ਵੀ ਮੱਥੇ ਤਿਲਕ ਨਹੀਂ ਸੀ ਲਾਇਆ, ਪਰ ਹਿੰਦੂ ਧਰਮ ਦੇ ਤਿਲਕ ਨੂੰ ਬਚਾਉਣ ਲਈ ਗੁਰੂ ਸਾਹਿਬ ਸ਼ਹੀਦ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇੱਕ ਅਨੋਖੀ ਤੇ ਨਿਰਾਲੀ ਸ਼ਹਾਦਤ ਹੈ, ਪਰ ਅੱਜ ਹਿੰਦੂ ਕੌਮ ਇਸ ਸ਼ਹਾਦਤ ਦਾ ਮੁੱਲ ਨਹੀਂ ਪਾ ਸਕਦੀ। ਭਾਵੇਂ ਇਸ ਸ਼ਹਾਦਤ ਦਾ ਮੂਲ ਕਾਰਨ ਗੁਰੂ ਘਰ ਰਾਹੀਂ ਬਖਸ਼ੀਆਂ ਤੇ ਪ੍ਰਗਟ ਕੀਤੀਆਂ ਮਨੁੱਖ ਕਦਰਾਂ ਕੀਮਤਾਂ ਸਨ। ਕੁਰਬਾਨੀ ਮਾਨਵਤਾ ਦੇ ਸਰਬੋਤਮ ਸਿਧਾਂਤਾਂ ਦੇ ਮਾਰਗਦਰਸ਼ਨ ਵਾਸਤੇ ਸੀ।
ਇਸੇ ਨਾਲ ਹੀ ਇਹ ਸ਼ਹਾਦਤ ਜ਼ਾਹਰੀ ਤੌਰ 'ਤੇ ਭਾਰਤ ਦੇ ਹਿੰਦੂਆਂ ਦੀ ਰਾਖੀ ਵਾਸਤੇ ਵੀ ਸੀ। ਤੇਗ ਬਹਾਦਰ ਹਿੰਦੀ ਚਾਦਰ ਉਸ ਵਕਤ ਦੇ ਹਿੰਦੂਆਂ ਦੇ ਦੁਰ ਹਿਰਦੇ ਤੋਂ ਆਪ ਮੁਹਾਰੇ ਸ਼ਬਦ ਸਨ। ਮਨੁੱਖਤਾ ਦੀ ਚਾਦਰ ਭਾਵਪਤ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਸਤੇ ਹਿੰਦੀ ਚਾਦਰ ਸ਼ਬਦ ਵੀ ਬਹੁਤ ਛੋਟਾ ਜਾਪਦਾ ਹੈ। ਐਸੇ ਦੀਨ ਦਿਆਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਹੁੰਮ-ਹੁਮਾ ਕੇ ਮਨਾ ਰਹੀਆਂ ਹਨ। ਸਭ ਨੂੰ ਇੱਕ ਵਾਰੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈਆਂ, ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।